अस्सलामुअलैकुम। वालेकुम सलाम। भाईजान की नाम है ਤੁਹਾਡਾ? मेरा नाम है मोहम्मद यकूब भट्ट। ਮੁਹੰਮਦ ਯਕੂਬ ਭੱਟ ਸਾਹਿਬ, ਕੀ ਹਾਲ ਹੈ ਤੁਹਾਡਾ? ਠੀਕ ਹੋ? अल्लाह का शुक्र है मैं ठीक ठाक। ਭੱਟ ਸਾਹਿਬ ਅੱਜ ਅਸੀਂ ਤੁਹਾਡੇ ਡੇਰੇ ਤੇ ਆਏ ਹਾਂ ਮਾਸ਼ਾਅੱਲਾ माशाल्लाह ਤੇ वेलकम। ਬਹੁਤ ਸ਼ੁਕਰੀਆ ਤੁਸੀਂ ਸਾਨੂੰ ਵੈਲਕਮ ਕੀਤਾ। ਇਹ ਦੱਸਿਓ ਕਿ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਹੋ ਜਾਨਵਰਾਂ ਦਾ? ऐसी तकरीबन 1 साल हो चला है। ਮਾਸ਼ਾਅੱਲਾ 1 ਸਾਲ ਹੋ ਚੱਲਿਆ। साल तकरीबन हो चला। ਇਸ ਤੋਂ ਪਹਿਲੇ ਕੀ ਕਰਦੇ ਹੋ? इस तो पहले मैं दुबई हाँ अलैन तो उत्थे मैं जॉब कर रहा जी। बहुत बड़ी जॉब कर रहा ਕਿਸ ਚੀਜ਼ ਦੀ ਜੌਬ? मैं परचेजर था। ਠੀਕ ਹੋ ਗਿਆ, ਯਾਨੀ ਕੰਪਨੀ ਤਰਫੋਂ ਲੈਣ ਦੇਣ ਕਰਦੇ ਸੀ। बिल्कुल बिल्कुल। ਜ਼ਬਰਦਸਤ। ਕਿੰਨੇ ਅਰਸਾ ਕੰਮ ਕੀਤਾ ਉੱਥੇ? मैं तकरीबन 40 साल की था। 40 ਸਾਲ ਮਾਸ਼ਾਅੱਲਾ ਕੰਮ ਕੀਤਾ ਤੇ ਉਹ ਛੱਡ ਕੇ ਤੁਸੀਂ ਆਏ ਜੌਬ? बिल्कुल वो जॉब मैं मेरी 60 साल जो हो गई है तो मैंने उन्होंने कहा भाई ਠੀਕ ਹੈ। ਅੱਛਾ ਭੱਟ ਸਾਹਿਬ ਇਹ ਦੱਸਿਓ ਕਿ ਉਹ ਜੌਬ ਤੁਸੀਂ ਛੱਡ ਕੇ ਆਏ ਜੀ, ਤੇ ਜੀ। ਕੀ ਤੁਹਾਡੇ ਜ਼ਿਹਨ ਚ ਆਇਆ ਤੁਸੀਂ ਆ ਕੇ ਜਾਨਵਰਾਂ ਦਾ ਕੰਮ ਸ਼ੁਰੂ ਕੀਤਾ? ਇਹ ਚ ਹੈ ਕਿ ਘਰ 40-50 ਸਾਲ ਤੋਂ ਘਰ ਦੁੱਧ ਦੇ ਰਹੇ ਹਾਂ ਜਿਹੜੇ ਜੀ ਤੇ ਉਹ ਬੇਟਾ ਵੀ ਨਾਲ ਸੀ, ਫੈਮਿਲੀ ਦੀ, ਬੇਟੇ ਦੀ ਵੀ, ਮੇਰੀ ਫੈਮਿਲੀ ਸਾਰੇ ਸੀ ਉੱਥੇ ਹਾਂ। ਠੀਕ ਹੈ। ਤੇ ਉੱਥੋਂ ਜਦੋਂ ਅਸੀਂ ਆਏ ਹਾਂ ਇੱਥੇ ਆਏ ਤੇ ਬੇਟੇ ਨੇ ਉਹਨੂੰ ਦੋਧੀ ਨੂੰ ਕਿਹਾ ਵੀ ਦੁੱਧ ਸਹੀ ਦੇ, ਅੱਛਾ ਪੈਸੇ ਜਿੰਨੇ ਮਰਜ਼ੀ ਲੈ ਤੂੰ ਦੁੱਧ ਸਹੀ ਦੇ। ਹੈ। ਬੱਚੇ ਨੇ ਆਏ ਨੇ ਉੱਥੋਂ ਆਏ ਨੇ ਦੁਬਈ ਤੋਂ ਆਏ ਨੇ ਤੇ ਦੁੱਧ ਸਹੀ ਹੋਣਾ ਚਾਹੀਦਾ। ਉਹਨੇ ਕਿਹਾ ਜੀ ਅੱਛਾ ਜੀ ਮੈਂ ਦੇਣਾ ਵਾ, ਮਗਰ ਉਹ ਜੋ ਦੂਜੇ ਦਿਨ ਵੀ ਲਿਆਇਆ ਉਹ ਵੀ ਨਹੀਂ ਸਹੀ, ਤੀਜੇ ਦਿਨ ਲਿਆਇਆ ਉਹ ਵੀ ਨਹੀਂ ਸਹੀ। ਤੇ ਫਿਰ ਉਸ ਤੋਂ ਬਾਅਦ ਮਜਬੂਰ ਹੋ ਕੇ ਬੇਟੇ ਦਾ ਇੱਕ ਦੋਸਤ ਸੀ, ਉਹਨੇ ਇੱਕ ਮਹੀਂ ਰੱਖੀ ਦੀ ਤੇ ਬੇਟੇ ਨੇ ਉੱਥੋਂ ਜਾ ਕੇ ਤੇ ਉੱਥੋਂ ਅੱਡੇ ਚੋਂ ਮਹੀਂ ਖਰੀਦ ਕੇ ਤੇ ਲਿਆ ਕੇ ਉੱਥੇ ਬੰਦ ਦਿੱਤੀ ਕਿ ਮੈਂ ਘਰ ਅਸੀਂ ਦੁੱਧ ਆਏਗਾ। ਠੀਕ ਹੈ। ਮਗਰ ਉੱਥੋਂ ਇੱਕ ਲਿਆਉਣ ਤੋਂ ਬਾਅਦ ਬੇਟੇ ਨੂੰ ਥੋੜ੍ਹਾ ਜਿਹਾ ਸ਼ੌਕ ਪਿਆ, ਉਹਨਾਂ ਨੇ ਸ਼ੌਕ ਦਿੱਤਾ ਤੇ ਉਹਨੇ ਇੱਕ ਹੋਰ ਲੈਣ ਦੀ, ਫਿਰ ਲਿਆਂਦਿਆਂ ਫਿਰ ਇਸ ਕੰਮ ਦੇ ਵਿੱਚ ਅਸੀਂ ਮਾਸ਼ਾਅੱਲਾ। ਬਾਹਰ ਗਿਆ। ਦੂਜੀ ਜਗ੍ਹਾ ਤੇ ਹਾਂ, ਉੱਥੋਂ ਫਿਰ ਆਪਣੀ ਜਗ੍ਹਾ ਸੀ, ਇੱਥੇ ਫਿਰ ਫਾਰਮ ਬਣਾਇਆ ਰੋਜ਼ਿਆਂ ਦੇ ਵਿੱਚ ਅਸੀਂ ਬਣਾਇਆ ਸੀ। ਅੱਜ ਵੀ ਰੋਜ਼ੇ ਕੀ ਨੇ। ਠੀਕ। ਤੇ ਜਦੋਂ ਇਹ ਫਾਰਮ ਬਣਾਇਆ ਉਹਨੇ ਕਿਹਾ ਨਹੀਂ ਹੁਣ ਕੰਮ ਜੂ ਕਰਨਾ ਆ ਜੂ ਗਏ ਹਾਂ ਹੁਣ ਤੇ ਕਿੰਨੀ ਕੁ ਦੇਰ ਬੈਠ ਕੇ ਤੇ ਅਸੀਂ ਆਪਣਾ ਖਾਵਾਂਗੇ। ਯਾਨੀ ਤੁਸੀਂ ਇਸ ਟਾਈਮ ਪ੍ਰੋਪਰ ਡੇਰੀ ਫਾਰਮ ਦੇ ਵਿੱਚ ਆ ਗਏ ਹੋ? ਹਾਂ ਬਿਲਕੁਲ। ਤੇ ਮਾਸ਼ਾਅੱਲਾ ਇਸ ਟਾਈਮ ਤੁਹਾਡੇ ਕੋਲ ਕਿੰਨੇ ਤਾਦਾਦ ਚ ਜਾਨਵਰਾਂ ਦੀ? ਜਾਨਵਰ ਇਸ ਟਾਈਮ ਸਾਡੇ ਕੋਲ ਤਕਰੀਬਨ 25 ਜਾਨਵਰ। 25 ਜਾਨਵਰ ਹੈ ਨੇ ਮਾਸ਼ਾਅੱਲਾ। ਅੱਛਾ ਭੱਟ ਸਾਹਿਬ ਇਹ ਦੱਸਿਓ ਕਿ ਇਹ ਜਿਹੜੇ ਜਾਨਵਰ ਨੇ ਇਹਨਾਂ ਦੀ ਤੁਹਾਡਾ 1 ਸਾਲ ਦਾ ਤਜਰਬਾ ਹੈ ਜਾਨਵਰ ਰੱਖ ਕੇ, ਕਿਹਦਾ ਤਜਰਬਾ ਰਿਹਾ? ਅੱਛਾ ਰਿਹਾ ਜਾਂ ਬੁਰਾ ਰਿਹਾ? ਤਜਰਬਾ ਯਾਨੀ ਇਹਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਵੇ ਜੀ। ਭਾਵੇਂ ਆਦਮੀ ਜਿੰਨੇ ਮਰਜ਼ੀ ਤੁਹਾਡੇ ਕੰਮ ਕਰ ਰਹੇ ਨੇ ਮਗਰ ਮਿਹਨਤ ਤੁਹਾਡੀ ਬਹੁਤ ਜ਼ਿਆਦਾ ਵੇ। ਇਹ ਚੀਜ਼ ਦੀ ਵੀ ਛੁੱਟੀ ਕੋਈ ਨਹੀਂ, ਕਿਸੇ ਕਿਸਮ ਦੀ ਕੋਈ ਛੁੱਟੀ ਨਹੀਂ। ਠੀਕ ਹੈ। ਤੇ ਬਾਕੀ ਇਹ ਵੇ ਕਿ ਰੱਬ ਦੀ ਜ਼ਾਤ ਹੈ ਜੋ ਰੋਟੀ ਦੇਂਦਾ ਵੇ ਤੇ ਇੱਜ਼ਤ ਨਾਲ ਦੇ ਰਿਹਾ ਮਾਸ਼ਾਅੱਲਾ। ਅੱਛਾ ਤੁਸੀਂ ਕਿਉਂਕਿ ਇਸ ਕੰਮ 'ਚ ਨਵੇਂ ਹੋ ਬਿਲਕੁਲ ਤੇ ਕੋਈ ਤਹਿਕੀਕ ਵੀ ਕੀਤੀ, ਕਿਸੇ ਦੋਸਤਾਂ ਨੂੰ ਪੁੱਛਿਆ ਕਿ ਇਹ ਕੰਮ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ, ਕਿ ਕਿਹੜੇ ਡੰਗਰ ਲੈਣੇ ਚਾਹੀਦੇ ਨੇ, ਇਹ ਕੁਝ ਪੁੱਛਿਆ ਕਿਸੇ ਨੂੰ? ਇਹ ਵੇ ਕਿ ਜਦੋਂ ਬੇਟੇ ਨੂੰ ਦੁੱਧ ਜਦੋਂ ਨਹੀਂ ਮਿਲਿਆ ਸਹੀ ਤੇ ਉਹਦੇ ਤੋਂ ਮਜਬੂਰ ਹੋ ਕੇ ਉਹਨੇ ਲੈਣ ਦਾ 1 ਲਿਆ 2 ਲਿਆ। ਠੀਕ ਹੈ। ਫਿਰ ਉੱਥੋਂ ਜਾ ਕੇ ਪੂਰੀ ਤੋਂ ਜਾ ਕੇ ਫਿਰ ਟਰੱਕ ਲੈਣ ਦਾ ਮਈਆਂ ਦਾ ਆਪਣਾ। ਅੱਛਾ। ਤਾਂ ਫਿਰ ਐਂ ਲਿਆਂਦੇ ਉਹ ਬੇਟੇ ਨੂੰ ਥੋੜੀ ਜਿਹੀ ਮਾਲੂਮਾਤ ਹੈ ਇਹਦੇ ਬਾਰੇ 'ਚ, ਸਹੀ ਹੈ। ਕਿਉਂਕਿ ਉਹੀ ਜਾਂਦਾ ਸੀ ਖਰੀਦਣ, ਮੈਂ ਤੇ ਸਿਰਫ ਇੱਥੇ ਫਾਰਮ ਤੇ ਡਿਊਟੀ ਕਰਨਾ। ਨਾਲ ਫਿਰ ਤੁਸੀਂ ਇਹ ਪੱਠਿਆਂ ਦਾ ਵੀ ਕੰਮ ਸ਼ੁਰੂ ਕੀਤਾ? ਨਾਲ ਇਹ ਪੱਠੇ ਸੀ ਲਾਏ ਨੇ ਕਿਉਂਕਿ ਆਪਣੇ ਡੰਗਰਾਂ ਨੂੰ ਪਾਣੇ ਨੇ ਜੀ। ਤੋਂ ਆਪਣੇ ਡੰਗਰਾਂ ਨੂੰ ਪਾਉਣ ਅਸੀਂ ਲਿਆਉਂਦੇ ਹਾਂ ਤੇ ਵਿੱਚੋਂ ਜੇ ਤਾਂ ਕੋਈ ਮਨ ਤੋਂ ਮਨ ਵਿਕਦੇ ਆ ਤਾਂ ਉਹ ਦੇ ਦੇ। ਠੀਕ ਹੈ। ਉਹ ਪਹਿਲੀ ਆਪਣੀ ਹੈ ਜਿੱਥੋਂ ਪੱਠੇ ਲਿਆਂਦੇ ਹੋ ਜਾਂ ਉਹ ਨਹੀਂ ਮੁੱਲ? ਅਸੀਂ ਕੰਡੇ ਤੋਂ ਲੈ ਕੇ ਆਉਂਦੇ ਹਾਂ, ਖਰੀਦ ਕੇ ਲਿਆਉਂਦੇ ਹਾਂ। ਅੱਛਾ ਹੁਣ ਭੱਟ ਸਾਹਿਬ ਇਹ ਦੱਸਿਓ ਕਿ ਤੁਹਾਡਾ ਇਹਨਾਂ ਡੰਗਰਾਂ ਤੇ ਡੇਲੀ ਦਾ ਖਰਚਾ ਕਿੰਨਾ ਆ ਰਿਹਾ? ਇਹਦਾ ਡੰਗਰਾਂ ਤਕਰੀਬਨ ਮੇਰੇ ਅੰਦਾਜ਼ੇ ਨਾਲ ਕਮ ਸੇ ਕਮ ਕੋਈ 14,000 ਰੁਪਇਆ ਖਰਚਾ ਆਉਂਦਾ ਡੇਲੀ ਦਾ। 5 ਜਾਨਵਰਾਂ ਤੇ 14,000 ਖਰਚਾ ਆ ਰਿਹਾ ਡੇਲੀ ਬੇਸ ਤੇ? ਡੇਲੀ ਬੇਸ। ਇਹਦੇ ਚ ਮਜ਼ਦੂਰੀ ਇਨਕਲੂਡ ਹੈ? ਬਿਲਕੁਲ। ਜਿਹੜੇ ਆਦਮੀ ਨੇ ਸਾਰੇ ਵਰਕਰ ਸਭ ਪਾ ਕੇ 14,000 ਤਕਰੀਬਨ। ਠੀਕ ਹੈ। 14-15 ਦੇ 14-15 ਦਰਮਿਆਨ ਤੁਹਾਡਾ ਡੇਲੀ ਬੇਸ ਤੇ ਖਰਚਾ ਆ ਰਿਹਾ 5 ਜਾਨਵਰਾਂ ਦਾ। ਅਸੀਂ ਉਹ ਤਫਸੀਲ ਪੁੱਛਾਂਗੇ, ਲੇਕਿਨ ਪਹਿਲੇ ਇਹ ਪੁੱਛਾਂਗੇ ਕਿ ਤੁਸੀਂ ਆਪ ਹੀ ਕੰਮ ਕਰ ਰਹੇ ਹੋ ਜਾਂ ਮੁਲਾਜ਼ਮੀਨ ਰੱਖੇ ਨੇ? ਇਹ ਸਾਡੇ ਮੁਲਾਜ਼ਮ ਕੰਮ ਕਰਦੇ। ਠੀਕ ਹੈ। ਮੁਲਾਜ਼ਮੀਨ ਸਾਰਾ ਕੰਮ ਹੈ ਅੱਛੇ ਤਰੀਕੇ ਨਾਲ ਉਹਨਾਂ ਨੇ ਹੋਲੇ ਉਹੀ ਕਰ ਰਹੇ ਨੇ। ਠੀਕ ਹੋ ਗਿਆ। ਤੁਸੀਂ ਬਸ ਮੈਨੇਜ ਕਰ ਰਹੇ ਹੋ ਆਏ ਜੀ? ਅਸੀਂ ਮੈਨੇਜ ਕਰ ਰਹੇ। ਹੁਣ ਤਫਸੀਲ ਦੱਸਿਓ ਕਿ 14-15 ਹਜ਼ਾਰ ਤੁਹਾਡਾ ਕਿਸ ਮੱਧ ਵਿੱਚ ਆਈ ਜਾਂਦਾ ਖਰਚ? ਸਾਡਾ ਖਰਚਾ ਇਹਦਾ ਜਿਹੜੇ ਪੱਠੇ ਅਸੀਂ ਖਰੀਦ ਕੇ ਲਿਆਉਂਦੇ, ਜਿਹੜੇ ਪੱਠੇ ਪਾਉਂਦੇ ਆ, ਠੀਕ ਹੈ। ਵੱਡਾ ਪਾਉਂਦੇ ਆ ਜਿਹੜਾ। ਠੀਕ ਹੈ। ਫਿਰ ਬਿਜਲੀ ਦਾ ਬਿੱਲ ਵਗੈਰਾ, ਫਿਰ ਇਹਨਾਂ ਦੀਆਂ ਜਿਹੜੀਆਂ ਸੈਲਰੀਆਂ ਨੇ, ਇਹਨਾਂ ਦੇ ਜਿਹੜੇ ਖਰਚੇ ਨੇ ਜੀ ਉਹ ਕੰਪਲੀਟ ਕਰਕੇ ਤਕਰੀਬਨ 14,000 ਦੇ ਤਕਰੀਬਨ। 14,000 ਤੁਸੀਂ ਲਗਾ ਲਿਆ, ਲੇਕਿਨ 14,000 ਤੁਹਾਨੂੰ 5 ਜਾਨਵਰ ਕੀ ਦਿੰਦੇ ਨੇ? 14,000 ਚਾਹੀਏ ਹੈ ਕੋਈ 18,000 ਦਾ ਵਿਕ ਜਾਂਦਾ ਦੁੱਧ, ਜਾਂ 17 ਦਾ ਵਿਕਦਾ, 18 ਦਾ ਵਿਕਦਾ ਅੱਛਾ। ਟੋਟਲ ਦੁੱਧ ਜਾਨੀ। ਉਹਦੇ ਵਿੱਚ ਫਿਰ ਇਹ ਕਿ 5-6 ਮਹੀਨੇ 7 ਮਹੀਨੇ ਲੈਣਾ, ਉਸ ਤੋਂ ਬਾਅਦ ਫਿਰ ਦੁੱਧ ਵੀ ਘਟ ਜਾਂਦਾ ਤੇ ਉਹ ਜਾਨਵਰ ਵੀ ਤਾਂ ਬਣ ਜਾਂਦੇ ਨੇ ਇਹਨਾਂ ਨਾਲ? ਬਿਲਕੁਲ। ਜਾਨਵਰ ਬਣਦੇ ਨੇ, ਯਾਨੀ ਕਿ ਉਹਨੂੰ ਫਿਰ ਜੇਬ 'ਚੋਂ ਵੀ ਪਾਣਾ ਪੈਂਦਾ 2-3 ਮਹੀਨੇ, ਜਦੋਂ ਆਖਰ ਤੇ ਜਾ ਕੇ ਦੁੱਧ ਵਗੈਰਾ ਨਹੀਂ। ਡਾਕਟਰ ਸਾਹਿਬ ਆਪਣਾ ਮੱਝ ਨੂੰ ਟੀਕਾ ਲਾ ਕੇ ਚੋਂਦੇ ਜਾਂ ਇਸ ਤਰ੍ਹਾਂ? ਨਹੀਂ ਅਸੀਂ ਟੀਕਾ ਲਾ ਕੇ ਤੇ ਵਧੀਆ ਜਾਨਵਰਾਂ ਨਾਲ ਬੱਚਿਆਂ ਨਾਲ ਚੋਂਦੇ। ਬੱਚੇ ਨਾਲ ਦੁੱਧ ਪਿਲਾਉਂਦੇ? ਬਿਲਕੁਲ ਲਾਜ਼ਮੀ ਬੱਚਿਆਂ ਨੂੰ। ਤੇ ਇਹਨਾਂ ਨੂੰ ਇਹ ਕਿਹਾ ਰਿਹਾ ਕਿ ਬੱਚੇ ਬਿਮਾਰ ਨਾ ਹੋਣ, ਜਿੰਨਾ ਦੁੱਧ ਪੀ ਸਕਦੇ ਨੇ ਪੀ ਲੈਣ। ਅੱਛਾ ਡਾਕਟਰ ਸਾਹਿਬ ਮੱਝ ਜਿਹੜੀ ਹੈ ਉਹ ਬੱਚੇ ਨੂੰ ਪਿਲਾ ਕੇ ਤੇ ਤੁਹਾਨੂੰ ਕਿੰਨਾ ਕੁ ਦੁੱਧ ਦੇ ਹੱਡ ਜਦੋਂ ਸਹੀ ਸੂਬੇ 'ਚ ਹੁੰਦੀ ਹੈ?
ਜੇ ਸਹੀ ਹੁੰਦੀ ਹੈ ਕੋਈ 4 ਕਿਲੋ ਕਰਦੀ ਹੈ, ਕੋਈ 3 ਕਿਲੋ ਕਰਦੀ ਹੈ, ਕੋਈ 3.5 ਕਿਲੋ ਕਰਦੀ ਹੈ, ਇੱਕ ਟਾਈਮ ਦਾ। ਤੇ ਆਪਾਂ ਪੱਠਿਆਂ ਦੇ ਵਿੱਚ ਹਰਾ ਪੱਠਾ ਕਿੰਨਾ ਪਾ ਰਹੇ ਹੋ? ਹਰਾ ਵੱਡਾ ਤਕਰੀਬਨ ਸਾਡਾ ਤਕਰੀਬਨ ਜਿੰਨੇ ਵੀ ਖਾ ਲੈਣ ਸਾਡੇ ਪੱਠੇ ਦਾ ਹਿਸਾਬ ਕੇ ਜਿੰਨੇ ਵੀ ਖਾ ਲੈਣ ਅਸੀਂ ਉਹਨੇ ਪਾਉਂਦੇ। ਕਿੰਨੇ ਖਾ ਲੈ? ਯਾਨੀ ਕਿ ਅਸੀਂ ਇਹ ਕਹਿੰਦੇ ਕਿ ਖੁੱਲੀਆਂ ਵਿੱਚ ਪੱਠੇ ਬਾਕੀ ਬਚਣੇ ਚਾਹੀਦੇ, ਠੀਕ ਹੈ, ਯਾਨੀ ਜਾਨਵਰ ਸਿਹਤਮੰਦ ਰਹੇ। ਜਾਨਵਰ ਸਿਹਤਮੰਦ ਰਹੇ। ਅੱਛਾ ਸਰ, ਤੇ ਤੂੜੀ ਕਿੰਨੀ ਕੁ ਪਾਉਂਦੇ ਵਿੱਚ? ਤੂੜੀ ਅਸੀਂ ਤਕਰੀਬਨ ਪਹਿਲੇ ਇਸਤੇਮਾਲ ਕਰਦੇ ਨੇ, ਤਕਰੀਬਨ ਇੱਕ ਦਿਨ 'ਚ 3 ਮਣ ਪੈ ਜਾਂਦੀ। ਹਾਂਜੀ 2.5-3 ਮਣ ਇੱਕ ਦਿਨ ਦੇ ਵਿੱਚ ਪੱਠਿਆਂ ਦੇ ਨਾਲ ਮਿਕਸ ਕਰਕੇ ਪਾਉਂਦੇ। ਹਰ ਚੀਜ਼ ਮੁੱਲ ਦੀ ਹੈ ਤੁਹਾਡੀ? ਸਾਡੀ ਹਰ ਚੀਜ਼ ਮੁੱਲ। ਅੱਛਾ ਚਾਚੂ, ਵੰਡੇ ਦੇ ਵਿੱਚ ਕੀ ਪਾ ਰਹੇ ਹੋ? ਵੰਡਾ ਕੰਪਨੀ ਦਾ ਜੋ ਲਿਆ ਕੇ ਪਾਉਂਦੇ, ਕੀ ਨਾਮ ਹੈ? ਸੂੜੀ। ਤੂੜੀ ਯਾਨੀ 400 ਵੰਡਾ ਤੁਸੀਂ ਪਾਉਂਦੇ ਹੋ? 400 ਵੰਡਾ ਪਾਉਂਦੇ ਹੋ? 400 400 ਯਾਨੀ 400 ਆਹ 400 ਵੰਡਾ ਇਸਤੇਮਾਲ ਕਰਦੇ। ਇੱਕ ਜਾਨਵਰ ਨੂੰ ਕਿੰਨਾ ਕੁ ਪਾ ਸਕਦੇ? ਇੱਕ ਜਾਨਵਰ ਨੂੰ 2 ਟਾਈਮ ਦੇ ਵਿੱਚ ਤਕਰੀਬਨ 5-6 ਕਿਲੋ ਪੈ ਜਾਂਦਾ। 5-6 ਕਿਲੋ ਤੇ ਦੋ ਭੇਜ ਟਾਈਮ। ਪਾਉਂਦੇ ਹੋ ਜਾਂ ਪੱਠੇ ਦੇ ਉੱਤੇ ਹੀ? ਨਹੀਂ ਪਰ ਅਸੀਂ ਉਹ ਜੋ ਚੋਣੇ ਉਦੋਂ ਪਾਉਂਦੇ। ਮਾਸ਼ਾਅੱਲਾ ਤੁਸੀਂ ਸਾਰੀਆਂ ਗੱਲਾਂ ਸੱਚੀਆਂ ਕਰ ਰਹੇ ਹੋ, ਕਿਉਂਕਿ ਕਈ ਲੋਕ ਕਹਿੰਦੇ ਨੇ ਸਾਡੀਆਂ ਮੱਝਾਂ 15-15 20 ਕਿਲੋ ਦੁੱਧ ਦਿੰਦੀਆਂ ਨੇ, ਤੇ ਤੁਸੀਂ ਉਸ ਹਿਸਾਬ ਨਾਲ ਕਹਿ ਰਹੇ ਹੋ ਕਿ ਨਹੀਂ 4 ਕਿਲੋ 15 ਕਿਲੋ ਦੁੱਧ ਦੇਗੀ ਤੇ ਜਿਹੜੀ 15 ਕਿਲੋ ਦੁੱਧ ਦੇਗੀ ਇੱਕ ਟਾਈਮ ਦਾ, ਤੇ ਉਹਦੇ ਮਈ 7 ਲੱਖ ਦੀ 8 ਲੱਖ ਦੀ। ਅੱਛਾ, ਬਿਲਕੁਲ ਜ਼ਬਰਦਸਤ। ਦੁੱਧ ਦੇ ਉੱਤੇ ਪ੍ਰਾਈਸ ਦੇ ਮਈ ਦਾ। ਨਾਲੇ ਸਾਨੂੰ ਝੂਠ ਮਾਰਨ ਦੀ ਆਦਤ ਰਹੀ ਨਾ, ਝੂਠ ਮਾਰਦੇ ਠੀਕ ਹੈ। ਅੱਜ ਤੁਸੀਂ ਦੁੱਧ ਹਾਲਸ ਦਿੰਦੇ ਹੋ ਲੋਕਾਂ ਨੂੰ? ਅਸੀਂ ਦੁੱਧ ਪਹਿਲੀ ਤਾਂ ਗੱਲ ਹੈ, ਅਸੀਂ ਜਿਹੜਾ ਬਿਜ਼ਨਸ ਕਰ ਰਹੇ ਹਾਂ ਅਸੀਂ ਰੱਬ ਨਾਲ ਕਰ ਰਹੇ ਹਾਂ, ਅਸੀਂ ਇਨਸਾਨਾਂ ਨਾਲ ਨਹੀਂ ਕਰ ਰਹੇ। ਅਸੀਂ ਜਿਹੜਾ ਸਾਡੇ ਕੋਲ ਕਸਟਮਰ ਆਉਂਦਾ ਅਸੀਂ ਉਹਨੂੰ ਕਹਿੰਦੇ ਹਾਂ ਕਿ ਕੋਈ ਆ ਕੇ ਕਹਿੰਦੇ ਨੇ ਪਾਣੀ ਪਾਇਆ ਦਾ, ਤੇ ਸਾਡਾ ਦਿਮਾਗ ਖਰਾਬ ਹੋ ਜਾਂਦਾ। ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਭਾਈ ਤੂੰ ਦੁੱਧ ਲੈ ਜਾ, ਖੜਨਾ ਹੀ ਤੇ ਲੈ ਜਾ, ਕੱਲ ਜੇ ਦਿਲ ਮੰਨੇਗਾ ਤੇ ਆਈ ਨਹੀਂ ਤੇ ਬਾਜ਼ਾਰ ਪੂਰਾ ਪਿਆਲਾ ਦੁੱਧ ਆ। ਠੀਕ ਹੈ। ਔਰ WhatsApp ਤੁਸੀਂ ਕਹਿ ਰਹੇ ਹੋ ਕਿ ਲੋਕਾਂ ਨੂੰ 90% ਅਵੇਅਰਨੈਸ ਨਹੀਂ, ਕਿਸ ਚੀਜ਼ ਦੀ ਅਵੇਅਰਨੈਸ ਨਹੀਂ? 99% ਇਸ ਵੇਲੇ ਨਹੀਂ ਕਿ ਜਦੋਂ ਦੁੱਧ ਲੈਂਦੇ ਨੇ ਖਰੀਦਦੇ ਨੇ, ਉਹ ਦੁੱਧ ਦੇ ਵਿੱਚ ਅੱਲਾ ਹੀ ਜਾਣਦਾ ਕੀ ਹੈ ਤੇ ਕੀ ਨਹੀਂ। ਪਾਣੀ ਵੀ ਹੋ ਸਕਦਾ, ਪਾਊਡਰ ਵੀ ਹੋ ਸਕਦਾ। ਤੁਹਾਨੂੰ ਪਤਾ ਕਿੰਨੀਆਂ ਗੌਰਮੈਂਟ ਕਿੰਨਾ ਦੁੱਧ ਫੜਦੀ ਹੈ ਤੇ ਸੁੱਟਦੀ ਹੈ, ਕੀ ਕੁਝ ਗੌਰਮੈਂਟ ਕਰ ਰਹੀ ਹੈ। ਤੇ ਮਗਰ ਨਹੀਂ ਲੋਕੀ ਡਰਦੇ, ਖੁਦਾ ਕੋਲ ਨਹੀਂ ਡਰਦੇ। ਤੁਹਾਡੇ ਹੁਣ ਜਿਹੜੇ ਗਾਹਕ ਨੇ ਕਸਟਮਰ ਉਹਨਾਂ ਨੂੰ ਉਹ ਮੁਤਮਿਨ ਹੁੰਦੇ ਨੇ ਤੁਹਾਡੇ ਤੋਂ? ਸਾਡੇ ਕੋਲ ਬਿਲਕੁਲ ਜਿਹੜਾ ਇੱਕ ਵਾਰੀ ਲੈ ਕੇ ਜਾਂਦਾ ਤੇ ਉਹ ਦੁਬਾਰਾ ਲਾਜ਼ਮੀ ਮੰਗਦਾ, ਮਗਰ ਦੁੱਧ ਹੁੰਦਾ ਰਹੇ ਦਿੰਦੇ ਹਨ, ਕਿਸੇ ਟਾਈਮ ਨਹੀਂ ਹੁੰਦਾ, ਨਹੀਂ ਉਂਝ ਵੀ ਚਲੇ ਜਾਂਦੇ ਨੇ। ਕਿਸ ਰੇਟ ਤੋਂ ਮੱਝ ਦਾ ਦੁੱਧ ਤੁਸੀਂ ਦੇ ਰਹੇ ਹੋ ਇੱਥੇ? ਅਸੀਂ ਇਸ ਟਾਈਮ 130 ਦੇ ਹਿਸਾਬ ਨਾਲ ਦਿੰਦੇ ਹਾਂ। 130, ਠੀਕ ਹੈ। ਖਾਲਸ ਹਾਲਤ ਦੁੱਧ ਬਿਲਕੁਲ ਹਾਲਤ। ਜ਼ਿੰਦਾਬਾਦ। ਯਾਨੀ ਤੁਸੀਂ ਇੱਕ ਬੜਾ ਜਿਹੜਾ ਅਹਿਮ ਕੰਮ ਕਰ ਰਹੇ ਹੋ। ਭਾਈ ਸਾਹਿਬ, ਇਹ ਫਾਰਮ ਇੱਕ ਜਗ੍ਹਾ ਤੇ ਤੁਸੀਂ ਰੱਖਿਆ ਜਾਂ 2 ਜਗ੍ਹਾ ਤੇ? ਨਹੀਂ, ਸਾਡਾ ਇੱਕ ਜਗ੍ਹਾ ਤੇ ਫਾਰਮ ਹੈ, ਇਹੋ ਹੀ ਹੈ। ਇਹੀ ਫਾਰਮ ਟੋਟਲ ਕਿੰਨੀ ਜਗ੍ਹਾ ਤੇ? ਇਹ 10 ਮਰਲਾ 10 ਮਰਲੇ ਚਾਈਨਾ ਜਾਨਵਰ ਮੈਨੇਜ ਹੋ ਜਾਂਦੇ ਨੇ? ਬਸ ਕੋਸ਼ਿਸ਼ ਕੀਤੀ ਤੇ ਮੈਂ ਬਿਹਤਰੀਨ ਤੁਸੀਂ ਕਰ ਰਹੇ ਹੋ। ਤੇ ਥੱਲੇ ਜਿਹੜਾ ਤੁਸੀਂ ਨਿਕਾਸੀ ਦਾ ਇੰਤਜ਼ਾਮ ਰੱਖਿਆ ਤੁਹਾਡਾ ਬੜਾ ਯੂਨੀਕ ਜਿਹਾ, ਦੂਸਰੇ ਲੋਕਾਂ ਤੋਂ ਡਿਫਰੈਂਟ ਹੋ। ਕੀ ਤੁਹਾਂ ਕੀਤਾ ਜਗ੍ਹਾ ਜਗ੍ਹਾ ਤੇ ਛੋਟੇ ਹੋਣ ਨਜ਼ਰ ਆਉਂਦੇ ਨੇ? ਇਹ ਜਿਹੜੇ ਵੱਡੇ ਬਣੇ ਇਹ ਤੁਸੀਂ ਰਾਸਤੇ 'ਚ ਛੱਡੇ ਨੇ, ਦਰਮਿਆਨ ਦਰਮਿਆਨ ਛੱਡੇ। ਯਾਨੀ ਢਾਲ ਉਧਰ ਨੂੰ ਆਏ ਤੇ ਪਾਣੀ ਬਾਹਰ ਚਲਾ ਬਾਹਰ ਜਾਏ। ਠੀਕ ਹੈ। ਇਹ ਜਿਹੜੀ ਤੁਸੀਂ ਮੱਝਾਂ ਰੱਖੀਆਂ ਨੇ ਸਾਲ ਹੋ ਗਏ ਨੇ, ਅੱਲਾ ਨਾ ਕਰੇ ਕੋਈ ਮਸਾਇਲ ਵੀ ਪੇਸ਼ ਆਏ ਨੇ? ਆਏ ਨੇ ਬਿਲਕੁਲ ਮਸਾਇਲ ਬਿਮਾਰ ਹੋ ਜਾਏ। ਉਹ ਆਏ ਨੇ ਮਸਾਇਲ ਆਏ ਨੇ। ਸਾਡੀ ਪਹਿਲੇ ਇੱਕ ਮਹੀਂ ਸੀ, ਚੰਗੀ ਭਲੀ ਸੀ, ਬਿਲਕੁਲ ਸਿਹਤਮੰਦ ਸੀ, ਹਾਰ ਚੀਜ਼ ਸੀ। ਹਾਂ। ਰਾਤ ਨੂੰ ਉਹਨੂੰ ਚੋਇਆ, ਸਵੇਰ ਉਹ ਮਹੀਂ ਜਿਹੜੀ ਹੈ 9-10 ਵਜੇ ਨਾਲ ਡਾਕਟਰ ਵੀ 2-3 ਬੁਲਾਏ ਨੇ ਉਹਦੇ ਅਸੀਂ, ਅੱਛਾ, ਤੇ ਉਹ ਮਰ ਗਈ। ਕੀ ਉਹਨੂੰ ਮਸਲਾ ਹੈ? ਉਹ ਇਹਦਾ ਡਾਕਟਰ ਨਹੀਂ ਦੱਸਿਆ। ਡਾਕਟਰ ਵੀ ਅੱਜ ਦੇ ਨੇ ਥੈਲਾ ਭਰ ਕੇ ਡਾਕਟਰ ਬਣੇ ਦੇ ਨੇ, ਉਹ ਡਾਕਟਰ ਵੀ ਕੋਈ ਕਾਬਲ ਨਹੀਂ ਹਨ। ਜੋ ਆਪਣੀ ਆਪਣੀ ਉਹ ਟ੍ਰੀਟਮੈਂਟ ਕਰਦੇ ਰਹੇ ਨੇ, ਮਗਰ ਉਹਦਾ ਕੋਈ ਫਾਇਦਾ ਨਹੀਂ। ਠੀਕ ਹੈ। ਫਿਰ 1 ਮਹੀਨਾ ਪਹਿਲੇ ਫਿਰ ਇੱਕ ਮਹੀਂ ਦੀ ਸਾਡੀ ਬੜੀ ਸੋਹਣੀ ਮਹੀਂ ਸੀ, ਅੱਛਾ ਉਹਨੂੰ ਪਤਾ ਨਹੀਂ ਨਜ਼ਰ ਖਾ ਗਈ ਹੈ ਕੀ ਹੋਇਆ। ਅੱਛਾ ਉਹ ਐਸੀ ਬੰਦੀ ਹੁੰਦੀ ਹੈ ਅੱਛਾ। ਤੇ ਉਹ ਹੈ ਵੀ ਮਹੀਂ ਹੈ, ਜਿਹੜਾ ਬੰਦਾ ਆਉਂਦਾ ਸੀ ਉਹਨੂੰ ਵੇਖ ਕੇ ਕਹਿੰਦੇ ਸਾਨੂੰ ਦੇ ਦੇ, ਸਾਨੂੰ ਦੇ ਦੇ। ਉਹ ਬਾਅਦ ਉਹ ਨਜ਼ਰ ਜਾ ਕੇ ਤੇ ਉਹ ਮਹੀਂ ਵੀ ਸਾਡੀ ਜਿਹੜੀ। ਕੀ ਕੋਈ ਹਿਫਾਜ਼ਤੀ ਤਦਾਬੀਰ ਤੁਸੀਂ ਕਰਦੇ ਹੋ ਕਿ ਜਾਨਵਰ ਮਹਿਫੂਜ਼ ਰਹਿਣ ਚੀਜ਼ਾਂ ਤੋਂ? ਅਸੀਂ ਉਹਨਾਂ ਨੂੰ, ਮੇਰਾ ਮਤਲਬ ਉਹਨਾਂ ਦੀ ਅਸੀਂ ਕੇਅਰ ਕਰਦੇ ਆ। ਨੰਬਰ 2 ਉਹਨਾਂ ਨੂੰ ਜਿਹੜਾ ਵੀ ਮਸਾਲਾ ਜੋ ਵੀ ਸਿਸਟਮ ਹੈ ਅਸੀਂ ਦਿਨ ਅਸੀਂ ਗੰਡੇ ਪਿਆਜ਼ ਵਗੈਰਾ ਜੋ ਵੀ ਦਿੰਦੇ ਨੇ, ਜੋ ਉਹਦੇ ਅਸੀਂ ਠੀਕ ਹੈ। ਗੰਡੇ ਪਿਆਜ਼ ਔਰ ਮਸਾਲਾ ਤੁਸੀਂ 8ਵੇਂ ਦਿਨ ਦਿੰਦੇ ਰਹਿੰਦੇ? ਮਿਰਚਾਂ ਵਾਲੀ। ਠੀਕ ਹੈ। ਕਿਆ ਤੁਹਾਡਾ, ਤੁਸੀਂ ਇੱਥੇ ਫਾਰਮ ਤੇ ਮੁਲਾਜ਼ਮ ਹੋ ਜੀ? ਤੁਹਾਡਾ ਮੱਝਾਂ ਦਾ ਕੋਈ ਐਕਸਪੀਰੀਅੰਸ ਹੈ ਵੇ ਪਹਿਲੇ ਕੰਮ ਦਾ? ਕਿਆ ਮੱਝ ਨੂੰ ਅਗਰ ਕੋਈ ਮਸਲਾ ਹੋਈਏ ਤੇ ਤੁਸੀਂ ਉਹਨੂੰ ਕੋਈ ਦੇਸੀ ਟ੍ਰੀਟਮੈਂਟ ਕਰ ਸਕਦੇ ਹੋ? ਕਰ ਸਕਦੇ ਹਾਂ ਜੀ। ਕੋਈ ਫਰਜ਼ ਕਰੋ ਕਿ ਮੱਝ ਦਾ ਤਣ ਖਰਾਬ ਹੋ ਜਾਂਦਾ, ਕੀ ਦੇਸੀ ਟੋਟਕਾ ਦੱਸੋਗੇ? ਉਹਨੂੰ ਜੀ ਲਾਲ ਮਿਰਚਾਂ ਨੇ ਉਹਨਾਂ ਨੂੰ ਕਾੜ ਤੇ ਘਿਓ ਦੇ ਵਿੱਚ ਪਾ ਤੇ ਦੇ ਦੇਈਦੀਆਂ ਨੇ, ਅੱਲਾ ਦੇ ਹੁਕਮ ਨਾਲ ਸੈੱਟ ਹੋ ਜਾਂਦਾ। ਅੱਛਾ ਜੀ। ਤੇ ਜਿਹੜੀ ਮੱਝ ਜ਼ੋਰ ਨਾ ਸੁੱਟੇ? ਜ਼ੋਰ ਨਾ ਸੁੱਟੇ ਉਹ ਇਲਾਜ ਹੈ ਭਾਈ, ਮੇਰੀ ਗੱਲ ਸੁਣੋ ਭਾਈ, ਉਹ ਤੂੰ ਦੇਸੀ ਇਲਾਜ ਹੈ। ਹਾਂ, ਉਹ ਲਾਇਆ ਆਈ ਦਾ ਦੂਜਾ ਧਨੀਆ ਤੇ ਦੂਜਾ ਇਹ ਨਹੀਂ ਹੁੰਦਾ ਪਾਲਕ ਤੇ ਅਦਰਕ ਤੇ ਦੇਈਏ ਚਾਹ ਅੱਲਾ ਦੇ ਹੁਕਮ ਨਾਲ ਜੜਤੇ ਸੁੱਟ ਦੇ। ਤੁਸੀਂ ਇਹਨਾਂ ਕਿਸ ਤਰ੍ਹਾਂ ਹੁੰਦਾ ਧਨੀਆ ਪਾਲਕ ਔਰ ਉਹ ਰਗੜ ਦੇ ਨਾ ਕੁੱਟ ਤੇ ਹਾਂ ਤੇ ਮਸਾਲਾ ਜਿਹਾ ਬਣਾ ਤੇ ਪਿੰਨੀ ਬਣਾ ਤੇ ਫਿਰ ਦੇਈ ਦੀ ਕੁੱਟ ਕੇ ਜੀ। ਤੇ ਕਿੰਨੇ ਦਿਨ ਦਈ ਦੀ? ਬਸ 2 ਦਿਨ ਦੇ ਦਿਓ। 2 ਦਿਨ ਦੇ ਦਿਓ ਜੀ। ਤੇ ਜਿਹੜੀਆਂ ਮੱਝਾਂ ਫਰਜ਼ ਕਰੋ ਸੂਣ ਵਾਲੀਆਂ ਨਹੀਂ ਬਣਦੀਆਂ,
ਝੋਟੀਆਂ ਤਿਆਰ ਹੋ ਜਾਂਦੀਆਂ ਨੇ ਉਹਨਾਂ ਦਾ ਕੀ ਕਰਦੇ ਹੋ? ਉਹਨਾਂ ਨੂੰ ਦੇਈਦਾ ਇਹ ਵੀ ਛੁਆਰੇ ਨਹੀਂ ਹੁੰਦੇ ਉਹ ਆਦ ਪਾ ਦੇ ਦਿਓ, 2 ਟਾਈਮ ਆਦ ਪਾ ਦੇ ਦਿਓ, ਉਹਨਾਂ ਹੀਟ ਫੜਨੀ ਹੈ, ਅੱਲਾ ਦੇ ਹੁਕਮ ਨਾਲ ਉਹ ਹੋ ਜਾਂਦੀ ਹੈ। ਐਨਜੀ ਸਾਬਤ ਹੀ ਜੀ ਨਹੀਂ ਹਾਂ। ਉਹਨਾਂ ਨੂੰ ਹੀ ਕੁੱਟ ਤੇ ਦੇਈਦਾ ਵਿੱਚ ਗਿੜਕਾਂ ਜਿਹੜੀਆਂ ਨੇ ਉਹ ਕੱਢ ਲਈਦੀਆਂ ਨੇ ਬਾਹਰ। ਗਿੜਕਾਂ ਕੱਢ ਕੇ ਤੇ ਛੁਹਾਰੇ ਕੁੱਟ ਕੇ ਦਵੋ ਤੇ ਹੀਟ ਆ ਜਾਂਦੀਆਂ ਨੇ। ਜੀ ਠੀਕ ਹੈ। ਅੱਜ ਕੱਲ ਕੀ ਮੱਝ WhatsApp ਪੋਸਟ ਪ੍ਰਾਈਸ ਮਿਲਦੀ ਵੀ ਮੱਝ ਦੀ? ਮਾਝੀ ਜਿਹੜੀ ਹੈ ਤਕਰੀਬਨ ਜਿਹੜੀ ਕੋਈ 7-8 ਕਿਲੋ 2 ਟਾਈਮ ਦਾ ਦੁੱਧ ਕਰਦੀ ਹੈ, 8 ਕਿਲੋ ਕਰਦੀ ਹੈ, ਉਹ ਤਕਰੀਬਨ ਮਿਲਦੀ ਹੈ 2 ਲੱਖ ਦੇ 10-20 ਹਜ਼ਾਰ ਉੱਤੇ ਜਾਂ ਥੱਲੇ। ਅੱਛਾ ਬਟ ਸਾਹਿਬ ਇਹ ਗੱਲ ਕਲੀਅਰ ਕਰਿਓ ਕਿ ਲੋਕ ਕਹਿੰਦੇ ਨੇ ਜੀ ਸਾਡੀ ਮੱਝ 20 ਕਿਲੋ ਦੁੱਧ ਦਿੰਦੀ ਹੈ, ਤੁਹਾਡਾ ਤਜਰਬਾ ਹੋਇਆ ਸਾਲ ਚ 20 ਕਿਲੋ ਅਗਰ ਦੁੱਧ ਦਿੰਦੀ ਹੈ ਤਾਂ ਉਹਦੀ ਪ੍ਰਾਈਸ ਵੀ ਹੋ ਜੇ, ਉਹਦੀ ਪ੍ਰਾਈਸ ਜਿਹੜੀ ਤੁਹਾਡੇ ਤਜਰਬੇ ਚ ਨਹੀਂ ਆਇਆ? ਨਹੀਂ ਸਾਡੇ ਚ ਨਹੀਂ ਆਇਆ। ਤੁਹਾਡੀ ਮੱਝ ਜ਼ਿਆਦਾ ਤੋਂ ਕਿੰਨਾ ਦੁੱਧ ਦਿੰਦੀ ਹੈ ਜਿਹੜੀ ਸਭ ਤੋਂ ਚੰਗੀ ਹੈ? ਚੰਗੀ ਮੱਝ ਆ ਹੀ ਹੈ ਕੋਈ 10 ਕਿਲੋ ਦੇ ਦੇਗੀ। ਅੱਛਾ ਤੋਂ ਬਾਰਾਂ ਐ ਸੁੱਤੇ ਨਹੀਂ ਗਈ? 10 ਤੋਂ ਉੱਤੇ ਨਹੀਂ 10 ਅੱਛਾ। ਹਾਂਜੀ 10 ਤੋਂ 12 ਕਰ ਸਕਦੀ ਹੈ 10 ਤੱਕ ਚੰਗੀ ਤੋਂ ਚੰਗੀ ਮਾਝੀ ਹੋਵੇ ਤਾਂ। ਤੇ ਐਨੀਆਂ ਮੱਝਾਂ ਦੀ ਕੋਈ ਝੋਟਾ ਵੀ ਰੱਖਿਆ ਜੇ? ਹਾਂ ਜੀ। ਝੋਟਾ ਰੱਖਿਆ। ਜ਼ਬਰਦਸਤ। ਤੇ ਉਹਨੂੰ ਖੁੱਲਾ ਛੱਡ ਦਿਓ? ਨਹੀਂ ਉਹ ਜਦੋਂ ਪਾਣੀ ਹੁਣ ਪੀਣ ਵਾਲੇ ਉਦੋਂ ਖੁੱਲਾ ਛੱਡਾਂਗੇ ਜਾਂ ਨਾਲ ਜਾਏਗਾ ਬਾਹਰ ਯਾਨੀ ਜਾਏਗਾ। ਮੱਝਾਂ ਅੱਗੋਂ ਬਣਨ ਦਾ ਤੁਹਾਨੂੰ ਮਸਲਾ ਤਾਂ ਨਹੀਂ ਪੇਸ਼ ਆਇਆ ਕੋਈ? ਨਹੀਂ ਦੇਣੀ ਜਦੋਂ ਦਾ ਝੋਟਾ ਲਿਆ ਦਾ ਕੋਈ ਮਸਲਾ ਨਹੀਂ। ਜ਼ਬਰਦਸਤ, ਉਹ ਆਪੇ ਚੈੱਕ ਕਰ ਜ਼ਬਰਦਸਤ। ਅੱਛਾ ਬਟ ਸਾਹਿਬ ਹੁਣ ਮੁਫਤੀ ਮਕਾਮਾਂ ਦੀ ਗੱਲ ਆਖਰੀ ਇਹ ਗੱਲ ਮੈਂ ਪੁੱਛਣਾ ਇਸ ਵਾਸਤੇ ਚਾਹ ਰਿਹਾ ਕਿ ਨੌਜਵਾਨਾਂ ਨੂੰ ਐਗਜ਼ੈਕਟ ਮਸ਼ਵਰਾ ਜੀ ਮਿਲੇ। ਜੀ ਜੀ 10 ਕਿਲੋ ਦੁੱਧ ਦੇਣ ਵਾਲੀ ਮੱਝ ਹੋਏ ਰੋਜ਼ਾਨਾ, ਠੀਕ ਹੈ, ਸ਼ਹਿਰ ਦੇ ਵਿੱਚ ਹਰ ਚੀਜ਼ ਮੁੱਲ ਦੀ ਹੈ, ਹਰ ਚੀਜ਼ ਹਰ ਚੀਜ਼ ਮੁੱਲ ਦੀ ਹੈ। ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਮੱਝ ਦਾ ਕਾਰੋਬਾਰ ਨੁਕਸਾਨਦੇਹ ਜਾਂ ਫਾਇਦਾਮੰਦ ਹੈ? ਮੱਝ ਦਾ ਬੰਦਾ 50-50 ਹੈ, ਨਾ ਤੇ ਨੁਕਸਾਨ ਹੈ ਤੇ ਫਾਇਦਾ ਵੀ ਇੰਨਾ ਜ਼ਿਆਦਾ ਨਹੀਂ। ਹੁਣ ਤੁਸੀਂ ਜਿਸ ਜਗ੍ਹਾ ਤੇ ਬੈਠੇ ਦੇ ਹੋ ਇਸ ਜਗ੍ਹਾ ਦੀ ਕਿੰਨੀ ਪ੍ਰਾਈਸ ਹੈ, ਇਹ ਉੱਥੇ ਡੰਗਰ ਦੀ ਕਿੰਨੀ ਪ੍ਰਾਈਸ ਹੈ, ਕਿੰਨੇ ਪੈਸੇ ਕਿੰਨੀ ਪ੍ਰਾਪਰਟੀ ਹੈ, ਬਿਲਕੁਲ। ਉਹ ਹਿਸਾਬ ਨਾਲ ਅਗਰ ਜਾਓਗੇ ਤੇ ਹਾਲੀ ਅਗਰ ਅਸੀਂ ਇਹਨੂੰ ਕਿਰਾਏ ਤੇ ਦਿੱਤਾ ਹੋਏ ਤੇ ਇੰਨਾ ਕਿਰਾਇਆ ਹੀ ਆ ਜਾਣਾ ਜਿੰਨਾ ਸਾਨੂੰ ਅਸੀਂ ਮਹੀਨੇ ਦਾ ਮਿਹਨਤ ਕਰਕੇ ਤੇ ਫਾਇਦਾ ਲੈ ਰਹੇ ਹਾਂ। ਠੀਕ ਹੈ। ਯਾਨੀ ਪਿੰਡ ਦੇ ਵਿੱਚ ਇਹ ਕੰਮ ਕਾਸਟਲੀ ਨਹੀਂ, ਹਾਂ। ਕਾਸਟਲੀ ਆਨਾ ਪਿੰਡ ਦੇ ਵਿੱਚ ਸ਼ਹਿਰ 'ਚ? ਉਹਨਾਂ ਪ੍ਰਾਈਜ਼ ਨਹੀਂ ਨਾ ਮਿਲਦਾ, ਦੁੱਧ ਦਾ ਉਹਨਾਂ ਪ੍ਰਾਈਜ਼ ਨਹੀਂ ਨਾ ਪਿੰਡ 'ਚ। ਠੀਕ ਹੈ। ਪਿੰਡ 'ਚ ਹੁਣ 90 ਪ੍ਰੋਬਲਮ ਹੈ ਕਿ ਦੁੱਧ ਸਸਤਾ ਸੇਲ ਦੁੱਧ ਸਸਤਾ ਸੇਵ ਹੁੰਦਾ, ਉਹਦੇ ਪੱਠੇ ਵੀ ਉਥੋਂ ਉਹਦੇ ਸਸਤੇ ਤੇ ਦੁੱਧ ਵੀ ਸਸਤਾ। ਅਜੇ ਆਪਣੀ ਜਗ੍ਹਾ ਹੋਏ ਤੇ ਹੋਰ ਈਜ਼ੀ ਹੋ ਜਾਂਦਾ। ਕੀ ਹਾਂ। ਤੁਹਾਡਾ ਮਸ਼ਵਰਾ ਜਾਏਗਾ ਦੋਸਤਾਂ ਨੂੰ ਕਿ ਇਹ ਕੰਮ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਮੁਖਲਸ ਮਸ਼ਵਰਾ। ਮੁਖਲਸ ਮਸ਼ਵਰਾ ਹੁੰਦੀ ਹੈ ਕੰਮ, ਕਿਉਂਕਿ ਇਹ ਕੰਮ ਦੇ ਵਿੱਚ ਸਭ ਤੋਂ ਪਹਿਲੇ ਇਹ ਹੈ ਕਿ ਸਾਡੀ ਮਿਹਨਤ ਬਹੁਤ 24 ਘੰਟੇ ਦੀ ਮਿਹਨਤ ਹੈ ਇਸ ਕੰਮ ਦੀ। ਭਾਵੇਂ ਤੁਸੀਂ ਖੁਦ ਕਰੋ ਤੇ ਭਾਵੇਂ ਤੁਸੀਂ ਬੰਦੇ ਰੱਖੋ। ਤੇ ਨੰਬਰ 2 ਮੇਰੇ ਦਾਦੇ ਨਾਲ ਤੇ ਕੀ ਬੰਦਾ ਮਸ਼ਵਰਾ ਦੇਵੇ 50-50 ਇਨਸਾਨ ਦੇ ਕੋਈ ਨਸੀਬ ਨੇ। ਸਹੀ ਹੈ। ਯਾਨੀ 100 ਲਾਈਏ ਤੇ ਕੋਈ 50 ਬਚ ਜਾਂਦੇ ਨੇ, 100 ਲਾਈਏ ਤੁਹਾਨੂੰ 20 ਵੀ ਬਚਣੇ ਮੁਸ਼ਕਲ ਨੇ, 20 ਵੀ ਨਹੀਂ ਬਚਦੇ। 20 ਵੀ ਬਚਣੇ ਮੁਸ਼ਕਲ ਨੇ। 100 ਔਰ ਅਗਰ ਲਾਏ ਤੇ ਪਿੰਡ 20 ਵੀ ਚ ਹੋਏ ਤਾਂ ਫਿਰ ਬਚਣੇ। ਬਚ ਜਾਂਦੇ ਨੇ। ਪਿੰਡ ਦੇ ਵਿੱਚ ਹੋਏ ਤਾਂ ਸ਼ਾਇਦ ਬਚ ਜਾਣ, ਕਿਉਂਕਿ ਅਗਰ ਉਹਨਾਂ ਨੇ ਆਪਣੇ ਪੱਠੇ ਹੋਣ ਘਰ ਦਾ ਸਭ ਕੁਝ ਹੋਏ ਤੇ ਹੋ ਸਕਦਾ ਬਚ ਜਾਣ। ਸਹੀ ਹੋ ਗਿਆ। 30 ਬਚ ਜਾਣਗੇ ਜਾਂ 40 ਯਾਨੀ ਪਿੰਡ ਦੇ ਬੰਦੇ। ਤੁਸੀਂ ਚੋੜਾ ਕੱਢਿਆ ਕਿ ਅਗਰ ਪਿੰਡ ਦੇ ਵਿੱਚ ਜਗ੍ਹਾ ਆਪਣੀ ਹੋਏ ਹੂੰ। ਪੱਟੇ ਛੱਟੇ ਤੇ ਫਿਰ ਇਹਦੇ ਚ ਬਚਤ ਹੈ ਵੇ। ਸ਼ਹਿਰ ਦੇ ਵਿੱਚ ਰਹਿ ਕੇ ਉਹ ਸ਼ਹਿਰ ਉਹ ਅਸੀਂ ਤਾਂ ਪਿੰਡ ਵੇਖੇ ਵੀ ਨਹੀਂ ਦਿਖਣਾ। ਬਿਲਕੁਲ। ਉਹ ਪਿੰਡ ਦਾ ਬੰਦਾ ਉਹ ਦੱਸ ਰਿਹਾ ਕਿ 30 ਤੋਂ 40 ਰੁਪਏ ਤੱਕ ਪਿੰਡ ਦਾ ਬਚ ਜਾਂਦਾ। ਠੀਕ ਹੋ ਗਿਆ। ਭਾਈ ਸਾਹਿਬ ਬਹੁਤ ਸ਼ੁਕਰੀਆ, ਬਹੁਤ ਅੱਛੀ ਮਾਲੂਮਾਤ ਦਿੱਤੀ ਹੈ। ਓਕੇ अस्सलाम वालेकुम। ਥੈਂਕ ਯੂ। ਵੈਲਕਮ। अस्सलाम वालेकुम। ਅੱਲਾਹ ਹਾਫਿਜ਼।